ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮਨ ਸੱਚਾ ਮੁਖ ਸੱਚਾ ਸੋਇ ਅਵਰ ਨਾ ਪਿਖੈ ਇਕਸ ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ। ਪਰਮ ਸਤਿਕਾਰਯੋਗ ਗੁਰੂ ਕੀ ਸਾਜੇ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ, ਆਪਾਂ ਸਰਬੱਤ ਗੁਰੂ ਦੀਆਂ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਲੈ ਕਰਕੇ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ ਮਹਾਂਪੁਰਖ ਸੰਤ ਬਾਬਾ ਰਘਬੀਰ ਸਿੰਘ ਜੀ ਔਰ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਪਾਵਨ ਸਾਲਾਨਾ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਜੋ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਈ ਸੀ, ਅੱਜ ਉਸ ਦਾ ਜੋ ਆਖਰੀ ਦਿਨ ਆਖਰੀ ਸਮਾਗਮ ਵਿੱਚ ਰਾਗੀ ਸਾਹਿਬਾਨਾਂ ਦੀ ਪਾਵਨ ਰਸਨਾ ਤੋਂ ਗਿਆਨੀ ਸਿੰਘਾਂ ਦੀ ਪਾਵਨ ਰਸਨਾ ਤੋਂ ਸਤਿਗੁਰਾਂ ਦੀ ਪਾਵਨ ਵਡਿਆਈ ਵਿਦਿਆ ਦੇ ਸੰਬੰਧ ਦੇ ਵਿੱਚ ਆਪਾਂ ਵਚਨ ਸ਼ਰਵਣ ਕਰਦੇ ਆ ਰਹੇ ਹਾਂ। ਪ੍ਰਬੰਧਕਾਂ ਵੱਲੋਂ ਔਰ ਸਤਿਕਾਰਯੋਗ ਗਿਆਨੀ ਕਰਮ ਸਿੰਘ ਜੀ ਦੀ ਆਗਿਆ ਦੇ ਅਨੁਸਾਰ ਕੁਝ ਸਮਾਂ ਦਾਸ ਨੂੰ ਪ੍ਰਾਪਤ ਹੋਇਆ। ਆਪ ਜੀ ਦੇ ਨਾਲ ਕੁਝ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਾ ਸਕਾਂ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਆਪ ਜੀ ਗਿਆਨੀ ਗੁਰਦੀਪ ਸਿੰਘ ਜੀ ਦੀ ਪਾਵਨ ਰਸਨਾ ਤੋਂ ਸਤਿਕਾਰਯੋਗ ਬੀਬੀ ਪ੍ਰਧਾਨ ਕੌਰ ਜੀ ਦੇ ਸੰਬੰਧ ਦੇ ਵਿੱਚ ਬਚਨ ਸ਼ਰਵਣ ਕਰਦੇ ਸਨ। ਇਹ ਜਿਹੜੇ ਬੀਬੀ ਪ੍ਰਧਾਨ ਕੌਰ ਜੀ ਹੋਏ ਨੇ, ਜਿੱਥੇ ਸੰਸਾਰ ਦੇ ਅੰਦਰ ਹੋਰ ਬੇਅੰਤ ਮਹਾਂਪੁਰਖਾਂ ਦਾ ਜ਼ਿਕਰ ਇਤਿਹਾਸ ਦੇ ਅੰਦਰ ਆਉਂਦਾ ਹੈ, ਉੱਥੇ ਹੀ ਸਤਿਕਾਰਯੋਗ ਬੀਬੀ ਪ੍ਰਧਾਨ ਕੌਰ ਜੀ ਇੱਕ ਐਸੀ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਭਾਗ ਨੂੰ ਗੁਰੂ ਘਰ ਦੇ ਨਾਮ ਲਗਵਾ ਕਰਕੇ ਮਨ ਦੇ ਅੰਦਰ ਇੱਕ ਇੱਛਾ ਪੈਦਾ ਕੀਤੀ ਕਿ ਜਿਵੇਂ ਸਾਡੇ ਸਿੱਖ ਵੀਰ ਹਿੰਦੂ ਵੀਰ ਵਿਦਿਆ ਪ੍ਰਾਪਤ ਕਰਨ ਦੇ ਲਈ ਕਾਂਸ਼ੀ ਵਿਖੇ ਜਾ ਕਰਕੇ ਵਿਦਿਆ ਪੜ੍ਹਦੇ ਪੜ੍ਹਾਉਂਦੇ ਨੇ,
ਕਿਉਂ ਨਾ ਹੋਵੇ ਕਿ ਇਸੇ ਤਰ੍ਹਾਂ ਹੀ ਨਿਰਮਲੇ ਮਹਾਂਪੁਰਖ ਇਸ ਬਰਨਾਲੇ ਦੀ ਇਸ ਪਾਵਨ ਧਰਤੀ ਦੇ ਉੱਪਰ ਜਿਹੜਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ। ਅਸਲ ਦੇ ਅੰਦਰ ਵਿਦਿਆ ਦੀ ਜਿਹੜੀ ਕਦਰ ਹੈ ਇਹ ਉਹੀ ਮਨੁੱਖ ਜਾਣ ਸਕਦਾ ਹੈ ਜਿਹੜਾ ਆਪ ਵਿਦਿਆ ਦਾ ਮਹੱਤਵ ਜਾਣਦਾ ਹੋਵੇ। ਜਿਵੇਂ ਆਮ ਕਰਕੇ ਆਪਾਂ ਸੰਸਾਰੀ ਤੌਰ 'ਤੇ ਉਦਾਹਰਨ ਲੈਂਦੇ ਹਾਂ ਕਿ ਇੱਕ ਸੋਨੇ ਦੀ ਜਿਹੜੀ ਪਰਖ ਹੈ ਉਹ ਸੁਨਿਆਰੇ ਨੂੰ ਹੁੰਦੀ ਹੈ, ਉਹਦੀ ਜਿਹੜੀ ਕੀਮਤ ਹੈ, ਉਹਦੀ ਜਿਹੜੀ ਵਿਸ਼ੇਸ਼ਤਾ ਹੈ। ਕਿਹੜਾ ਸੋਨਾ 22 ਕੈਰਟ ਦਾ ਹੈ, ਕਿਹੜਾ ਸੋਨਾ 24 ਕੈਰਟ ਦਾ ਹੈ, ਇਸ ਨੂੰ ਸੁਨਿਆਰ ਹੀ ਦੱਸ ਸਕਦਾ ਹੈ। ਉਸੇ ਪ੍ਰਕਾਰ ਹੀ ਜਿਹੜੇ ਬੀਬੀ ਪ੍ਰਧਾਨ ਕੌਰ ਜੀ ਸਨ, ਇਹ ਆਪ ਬਹੁਤ ਵਿਦਵਾਨ ਮਹਾਤਮਾ ਹੋਏ ਨੇ ਤੇ ਉਹਨਾਂ ਦੇ ਮਨ ਦੇ ਅੰਦਰ ਇਹ ਗੱਲ ਜ਼ਾਹਿਰ ਕੀਤੀ ਕਿ ਕਿਉਂ ਨਾ ਹੋਵੇ ਇਸ ਜਗ੍ਹਾ ਦੇ ਉੱਪਰ ਵਿਦਿਆ ਦਾ ਪ੍ਰਚਾਰ ਪ੍ਰਸਾਰ ਸ਼ੁਰੂ ਹੋਵੇ। ਤੇ ਉਸੇ ਤਰ੍ਹਾਂ ਹੀ ਜਿੱਥੇ ਸੰਪਰਦਾਇ ਭਿੰਡਰਾਂ ਦੇ ਅੰਦਰ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖ ਹੋਏ ਨੇ, ਉਸੇ ਪ੍ਰਕਾਰ ਹੀ ਨਿਰਮਲ ਸੰਪਰਦਾਇ ਦੇ ਅੰਦਰ ਜਿਨ੍ਹਾਂ ਮਹਾਤਮਾ ਦੀ ਆਪਾਂ ਵਰਸੀ ਦੇ ਸਮਾਗਮ ਉੱਪਰ ਸੁਸ਼ੋਭਿਤ ਹੋ ਰਹੇ ਹਾਂ, ਸੰਤ ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਨੇ ਇਸ ਅਸਥਾਨ 'ਤੇ ਜਿੱਥੇ ਵਿਦਿਆ ਦਾ ਪ੍ਰਚਾਰ ਪ੍ਰਸਾਰ ਦੇ ਲਈ ਉਦਮ ਕੀਤਾ, ਉੱਥੇ ਗੁਰੂ ਦੀਆਂ ਸੰਗਤਾਂ ਦੇ ਲਈ ਜਿਹੜੀ ਲੰਗਰ ਦੀ ਸੇਵਾ ਹੈ ਉਹ ਵੀ ਤਨਦੇਹੀ ਦੇ ਨਾਲ ਕਰਨਾ ਕੀਤੀ। ਤੇ ਇਸ ਪ੍ਰਕਾਰ ਆਪਾਂ ਪਾਵਨ ਗੁਰਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਸਰਬਲੋਕ ਗ੍ਰੰਥ ਦੇ ਅੰਦਰ ਪਾਵਨ ਬਚਨ ਲਿਖੇ ਹਨ ਕਿ ਸੰਸਾਰ ਦੇ ਅੰਦਰ ਹਰ ਇੱਕ ਮਨੁੱਖ ਜਨਮ ਲੈ ਕੇ ਆਉਂਦਾ ਹੈ, ਆਪਣੇ ਪਰਿਵਾਰ ਨੂੰ ਪਾਲਦਾ ਹੈ, ਆਪਣੇ ਸਰੀਰ ਦੇ ਲਈ ਉਦਮ ਕਰਦਾ ਹੈ। ਕੋਈ ਮਨੁੱਖ ਆਪਣੇ ਸਵਾਸਾਂ ਨੂੰ ਸਫਲਾ ਕਰਕੇ ਜਾਂਦਾ ਹੈ। ਜਿਵੇਂ ਸਤਿਕਾਰਯੋਗ ਗਿਆਨੀ ਕਰਮ ਸਿੰਘ ਜੀ ਨੇ ਵਿਦਿਆ ਪੜ੍ਹਾਉਂਦਿਆਂ ਹੋਇਆਂ ਇਹ ਦੱਸਿਆ ਕਿ ਇੱਕ ਹੁੰਦਾ ਹੈ ਸਮੇਂ ਨੂੰ ਬਤੀਤ ਕਰਨਾ ਔਰ ਇੱਕ ਹੁੰਦਾ ਹੈ ਸਮੇਂ ਨੂੰ ਸਫਲਾ ਕਰਨਾ। ਜਿਵੇਂ ਆਪਾਂ ਸੰਸਾਰ ਦੇ ਅੰਦਰ ਵੇਖਦੇ ਹਾਂ ਕਿ ਕੋਈ ਮਨੁੱਖ ਤਾਸ਼ ਖੇਡ ਕੇ, ਕੋਈ ਗੱਲਾਂ ਕਰਕੇ, ਕੋਈ ਸੰਸਾਰ ਦੇ ਅੰਦਰ ਕੰਮ ਧੰਦੇ ਕਰਦੇ ਨੇ, ਉਸ ਨੂੰ ਆਖਿਆ ਜਾਂਦਾ ਹੈ ਆਪਣੇ ਸਮੇਂ ਨੂੰ ਬਤੀਤ ਕਰਨਾ। ਤੇ ਇਸ ਦੀ ਦੂਸਰੀ ਜਗ੍ਹਾ ਜਿਹੜੇ ਕੋਈ ਸੰਤ ਮਹਾਂਪੁਰਖ ਜਿਨ੍ਹਾਂ ਦਾ ਜਿਹੜਾ ਜੀਵਨ ਹੈ ਪਰਉਪਕਾਰਤਾ ਦੇ ਅਧੀਨ ਹੁੰਦਾ ਹੈ, ਐਸੇ ਜਿਹੜੇ ਮਹਾਂਪੁਰਖ ਨੇ ਉਹ ਆਪਣੇ ਸਮੇਂ ਨੂੰ ਬਤੀਤ ਕਰਨ ਦੀ ਬਜਾਏ ਆਪਣੇ ਸਮੇਂ ਨੂੰ, ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਕੇ ਜਾਂਦੇ ਨੇ। ਇਸੇ ਪ੍ਰਕਾਰ ਹੀ ਸਤਿਗੁਰਾਂ ਦੇ ਪਾਵਨ ਬਚਨ ਹਨ ਕਿ ਇਸ ਸੰਸਾਰ ਦੇ ਅੰਦਰ ਆਇਆ ਹੋਇਆ ਕਿਹਨਾਂ ਦਾ ਸਫਲਾ ਹੈ। ਆਇਆ ਤਾ ਕਾ ਸਫਲ ਹੈ ਪਰਉਪਕਾਰੀ ਹੋਏ। ਜਿਹੜਾ ਮਨੁੱਖ, ਜਿਹੜੀ ਔਰਤ ਇਸ ਸੰਸਾਰ ਦੇ ਅੰਦਰ ਜਨਮ ਲੈ ਕੇ ਆਉਂਦਾ ਹੈ, ਉਹਨਾਂ ਵਿੱਚੋਂ ਕਿਸ ਦਾ ਜੀਵਨ ਸਫਲਾ ਹੈ। ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਪਰਉਪਕਾਰੀ ਹੋਏ, ਜਿਨ੍ਹਾਂ ਦਾ ਜੀਵਨ ਪਰਉਪਕਾਰਤਾ ਵਾਲਾ ਹੁੰਦਾ ਹੈ। ਕਿਉਂਕਿ ਹਰ ਇੱਕ ਮਨੁੱਖ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ, ਆਪਣੇ ਸਰੀਰ ਨੂੰ ਚਲਾਉਣ ਦੇ ਲਈ ਬੜੇ ਉਦਮ ਕਰਦਾ ਹੈ, ਪਰ ਅਸਲ ਮਨੁੱਖ ਦੀ ਪਹਿਚਾਣ ਉਦੋਂ ਆਉਂਦੀ ਹੈ ਜਦੋਂ ਉਹ ਪਰ ਮੈਣੇ ਪਰਾਏ ਦੇ ਉਪ ਮੈਣੇ ਨੇੜੇ ਹੋ ਕੇ ਕੋਈ ਕਾਰਜ ਕਰੇ, ਕੋਈ ਪਰਾਏ ਦਾ ਕਾਰਜ ਹੋਵੇ ਜਿਸ ਦੇ ਨਾਲ ਸਾਨੂੰ ਕੋਈ ਫਾਇਦਾ ਵੀ ਨਾ ਹੁੰਦਾ ਹੋਵੇ। ਵਿਦਵਾਨ ਮਹਾਂਪੁਰਖ ਦੱਸਦੇ ਨੇ ਕਿ ਜਿਹੜਾ ਪਰਉਪਕਾਰ ਹੁੰਦਾ ਉਹ ਵੀ ਕਈ ਤਰ੍ਹਾਂ ਦਾ ਹੁੰਦਾ ਹੈ। ਇੱਕ ਪਰਉਪਕਾਰ ਐਸਾ ਹੁੰਦਾ ਹੈ ਜਿਸ ਦੇ ਅੰਦਰ ਸਾਨੂੰ ਲਾਲਚ ਹੁੰਦਾ ਹੈ
ਕਿ ਅੱਜ ਮੈਂ ਇਸ ਦੇ ਕੰਮ ਆਵਾਂਗਾ, ਕੱਲ੍ਹ ਨੂੰ ਇਹ ਮੇਰੇ ਕੰਮ ਆਵੇਗਾ, ਜਿਸ ਨੂੰ ਆਪਾਂ ਆਖਦੇ ਹਾਂ ਵੰਗਾਰ ਭਰਨੀ। ਦੂਸਰਾ ਪਰਉਪਕਾਰ ਐਸਾ ਹੁੰਦਾ ਹੈ ਕਿ ਜਿਸ ਨੂੰ ਕਰਨ ਦੇ ਨਾਲ ਸਾਨੂੰ ਪੈਸੇ ਮਿਲਦੇ ਨੇ। ਤੀਸਰਾ ਪਰਉਪਕਾਰ ਐਸਾ ਹੁੰਦਾ ਹੈ ਕਿ ਨਾ ਉਹਦੇ ਵਿੱਚ ਸਾਡਾ ਕੋਈ ਫਾਇਦਾ ਹੁੰਦਾ, ਨਾ ਕੋਈ ਨੁਕਸਾਨ ਹੁੰਦਾ। ਤੇ ਚੌਥਾ ਇੱਕ ਪਰਉਪਕਾਰ ਸੰਤ ਮਹਾਂਪੁਰਖ ਕਰਦੇ ਨੇ। ਉਹ ਕੈਸਾ ਪਰਉਪਕਾਰ ਹੁੰਦਾ ਹੈ ਕਿ ਆਪਣੇ ਸਮੇਂ ਨੂੰ ਗਵਾ ਕਰਕੇ, ਆਪਣਾ ਜੀਵਨ ਦੂਸਰੇ ਦੇ ਲਈ ਤਿਆਗ ਕਰਕੇ ਦੂਸਰੇ ਦਾ ਭਲਾ ਕਰਦੇ ਨੇ। ਇਸੇ ਲਈ ਐਸੇ ਸੰਤ ਮਹਾਂਪੁਰਖਾਂ ਦਾ ਆਪਾਂ ਜਿਹੜਾ ਦਿਹਾੜਾ ਮਨਾਉਣ ਦੇ ਲਈ ਤਤਪਰ ਹਾਂ। ਤੇ ਸਤਿਗੁਰੂ ਜੀ ਪਾਵਨ ਵਾਕ ਆਖਦੇ ਹਨ ਕਿ ਆਇਆ ਤਾ ਕਾ ਸਫਲ ਹੈ, ਪਰਉਪਕਾਰੀ ਹੋਏ, ਦੁਖ ਸਹਿ ਤਨ ਆਪਣੇ, ਸੁਖਦਾਈ ਸਭ ਕੋਏ। ਕਿ ਆਪਣੇ ਸਰੀਰ ਦੇ ਉੱਪਰ ਹੋਰਨਾਂ ਦੇ ਕਸ਼ਟ ਸਹਾਰ ਕਰਕੇ, ਹੋਰਨਾਂ ਦੀਆਂ ਦੁੱਖ ਤਕਲੀਫਾਂ ਆਪਣੇ ਸਰੀਰ ਉੱਪਰ ਸਹਾਰ ਕਰਕੇ ਸੰਸਾਰ ਦੇ ਅੰਦਰ ਸੁੱਖ ਦਿੰਦੇ ਹਨ। ਜਿਵੇਂ ਇੱਕ ਸੰਸਕ੍ਰਿਤ ਦੀ ਸੁਰਤੀ ਦੇ ਅੰਦਰ ਵੀ ਪਾਵਨ ਵਾਕ ਆਉਂਦੇ ਹਨ ਕਿ ਸਵੈ ਕਾਰਜ ਸਿੱਧੀ ਪਰਾਏ ਕਾਰਜ ਢਾਈ ਕੀ ਸਾਧਾ। ਕਿ ਸਾਧੂ ਕਿਸ ਨੂੰ ਆਖਿਆ ਜਾਂਦਾ ਹੈ? ਜਿਸ ਦਾ ਆਪ ਦਾ ਜਿਹੜਾ ਕਾਰਜ ਹੈ ਸਵੈ ਕਾਰਜ ਸਿੱਧੀ, ਆਪਣਾ ਜਿਹੜਾ ਮੁਕਤੀ ਦਾ ਕਾਰਜ ਹੈ ਉਹ ਸਿੱਧ ਹੋ ਚੁੱਕਿਆ ਹੋਵੇ, ਪੂਰਾ ਹੋ ਚੁੱਕਿਆ ਹੋਵੇ। ਪਰਉਪਕਾਰ ਧਾਏ ਕੀ, ਤੇ ਪਰਾਏ ਦੀ ਜਿਹੜੀ ਕੋਈ ਕਾਰਜ ਹੈ, ਕੋਈ ਕੰਮ ਹੈ, ਉਸ ਦਾ ਜੀਵਨ ਸਵਾਰਨ ਦੇ ਲਈ ਦੌੜਨਾ, ਇਸ ਨੂੰ ਆਖਿਆ ਜਾਂਦਾ ਹੈ ਸਾਧੂ। ਤੇ ਐਸੇ ਸਾਧੂ ਮਹਾਤਮਾ ਸੰਸਾਰ ਦੇ ਅੰਦਰ ਹਨ। ਸੰਸਾਰ ਦੇ ਅੰਦਰ ਕੋਈ ਵਿਰਲੇ ਵਿਰਲੇ ਮਹਾਂਪੁਰਖ ਐਸੇ ਆਉਂਦੇ ਨੇ ਜਿਹੜੇ ਪਰਉਪਕਾਰਤਾ ਵਾਲਾ ਜੀਵਨ ਜਿਉਂ ਕਰਕੇ ਹੋਰਨਾਂ ਦਾ ਭਲਾ ਲੋੜਦੇ ਹਨ। ਇਸੇ ਪ੍ਰਕਾਰ ਹੀ ਆਪਾਂ ਵੇਖਦੇ ਹਾਂ ਕਿ ਚਾਹੇ ਸੰਸਾਰ ਦੇ ਅੰਦਰ ਬੜੇ ਬੜੇ ਰਾਜੇ ਮਹਾਰਾਜੇ ਆਪਾਂ ਵੇਖਦੇ ਹਾਂ, ਪਰ ਉਹ ਕਦੇ ਵੀ 1 ਰੁਪਏ ਦਾ ਦਾਨ ਨਹੀਂ ਕਰ ਸਕਦੇ। ਉੱਥੇ ਆਪਾਂ ਜਦੋਂ ਮਨ ਭਰ ਆਉਂਦਾ ਹੈ, ਐਸੇ ਮਹਾਤਮਾ ਸੰਤ ਬਾਬਾ ਪਿਆਰਾ ਸਿੰਘ ਜੀ ਮਹਾਂਪੁਰਖ ਜੋ ਹਜ਼ੂਰੀ ਦੇ ਅੰਦਰ ਵਿਰਾਜਮਾਨ ਹਨ, ਉਹਨਾਂ ਦੇ ਜੀਵਨ ਵੱਲ ਵੀ ਜਦੋਂ ਆਪਾਂ ਝਾਤ ਮਾਰ ਕੇ ਵੇਖਦੇ ਹਾਂ, ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਕਿਤਨੀਆਂ ਸੰਗਤਾਂ ਪ੍ਰਸ਼ਾਦਾ ਛਕ ਜਾਂਦੀਆਂ ਨੇ। ਹਰ ਇੱਕ ਸੰਗਤ ਨੂੰ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਕਿਉਂਕਿ ਵੱਡੇ ਮਨੁੱਖਾਂ ਦੀਆਂ ਕੁਝ ਨਿਸ਼ਾਨੀਆਂ ਮਹਾਂਪੁਰਖਾਂ ਨੇ, ਵਿਦਵਾਨਾਂ ਨੇ ਲਿਖੀਆਂ ਨੇ ਕਿ ਜਿਹੜਾ ਅਸਲ ਦੇ ਵਿੱਚ ਵੱਡਾ ਪੁਰਖ ਹੁੰਦਾ ਹੈ ਉਹ ਇੱਕ ਤਾਂ ਆਪਾ ਜਨਾਉਂਦਾ ਨਹੀਂ, ਤੇ ਹਮੇਸ਼ਾ ਦੂਸਰਿਆਂ ਨੂੰ ਵੱਡਾ ਜਨਾ ਕਰਕੇ ਉਹਨਾਂ ਨੂੰ ਸਤਿਕਾਰ ਦਿੰਦਾ ਹੈ। ਇਹ ਜਿਹੜੇ ਲੱਛਣ ਹਨ ਇਹ ਵੀ ਆਪਾਂ ਸੰਤ ਬਾਬਾ ਪਿਆਰਾ ਸਿੰਘ ਜੀ ਮਹਾਂਪੁਰਖਾਂ ਦੇ ਵਿੱਚ ਦੇਖ ਸਕਦੇ ਹਾਂ। ਤੇ ਜਿਵੇਂ ਗਿਆਨੀ ਗੁਰਦੀਪ ਸਿੰਘ ਜੀ ਵੀ ਦੱਸ ਕੇ ਗਏ ਹਨ ਕਿ ਸਤਿਕਾਰਯੋਗ ਗਿਆਨੀ ਕਰਮ ਸਿੰਘ ਜੀ ਮਹਾਂਪੁਰਖ ਵੀ ਐਸੇ ਪਰਉਪਕਾਰਤਾ ਵਾਲੇ ਜੀਵਨ ਵਾਲੇ ਨੇ ਜਿਨ੍ਹਾਂ ਨੇ ਸੰਸਾਰ ਦੇ ਅੰਦਰ, ਸੰਪਰਦਾ ਦੇ ਅੰਦਰ ਇੱਕੋ ਕਾਰਜ ਨੂੰ ਸਫਲ ਕੀਤਾ ਹੈ। ਉਹ ਹੈ ਵਿਦਿਆ ਪੜ੍ਹਨੀ ਔਰ ਪੜ੍ਹਾਉਣੀ। ਕਿਉਂਕਿ ਸੰਸਾਰ ਦੇ ਅੰਦਰ, ਧਰਮ ਦੇ ਅੰਦਰ ਇਹ ਜਿਹੜਾ ਕਾਰਜ ਹੈ, ਇਸ ਨੂੰ ਕਈ ਲੋਕ ਫਜ਼ੂਲ ਕੰਮ ਸਮਝਦੇ ਨੇ ਕਿ ਇਹ ਐਵੇਂ ਕੋਈ ਪੜ੍ਹਨਾ ਪੜ੍ਹਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ। ਪਰ ਗਿਆਨੀ ਜੀ ਆਖਦੇ ਹੁੰਦੇ ਨੇ ਕਿ ਵਿਦਿਆ ਪੜ੍ਹਨੀ ਔਰ ਪੜ੍ਹਾਉਣੀ ਇਹ ਵੀ ਇੱਕ ਤਪੱਸਿਆ ਹੈ। ਕਿਉਂਕਿ ਆਪਣੇ ਕਾਰਜ ਛੱਡਣੇ, ਆਉਣਾ ਜਾਣਾ ਛੱਡਣਾ ਇਹ ਕੋਈ ਹਰ ਮਨੁੱਖ ਨਹੀਂ ਕਰ ਸਕਦਾ। ਇਸ ਲਈ ਆਪਾਂ ਅੱਜ ਦੇ ਸਮਾਗਮ ਤੋਂ ਇੱਕ ਇਹ ਧਾਰਨਾ ਲੈ ਕੇ ਜਾਈਏ, ਇਹ ਸਿੱਖਿਆ ਲੈ ਕੇ ਜਾਈਏ ਕਿ ਚਾਹੇ ਆਪਾਂ ਧਰਮੀ ਮਨੁੱਖ ਹਾਂ, ਚਾਹੇ ਆਪਾਂ ਕੇਸਾਧਾਰੀ ਨਹੀਂ ਵੀ ਹਾਂ, ਪਰ ਸਾਡੇ ਜੀਵਨ ਦੇ ਅੰਦਰ ਪਰਉਪਕਾਰਤਾ ਜ਼ਰੂਰ ਹੋਵੇ।
ਚਾਹੇ ਅਸੀਂ ਪੈਸੇ ਕਰਕੇ ਕਿਸੇ ਦਾ ਉਪਕਾਰ ਕਰ ਸਕਦੇ ਹਾਂ, ਕਿਉਂਕਿ ਸੰਸਾਰ ਦੇ ਅੰਦਰ ਕਈ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਨੇ। ਜੇ ਸਾਨੂੰ ਕੋਈ ਭੁੱਖਾ ਨੰਗਾ ਦਿਸਦਾ ਹੈ ਤੇ ਉਸ ਨੂੰ ਪ੍ਰਸ਼ਾਦਾ ਛਕਾ ਕਰਕੇ, ਕੋਈ ਕੱਪੜੇ ਲੀੜੇ ਦੇ ਕਰਕੇ ਉਸ ਉੱਪਰ ਉਪਕਾਰ ਕਰ ਸਕਦੇ ਹਾਂ। ਜੇ ਸਾਡੇ ਕੋਲ ਕੋਈ ਮਾਇਕੀ ਪਦਾਰਥ ਹਨ, ਅਸੀਂ ਉਸ ਦੇ ਨਾਲ ਸਹਾਇਤਾ ਕਰ ਸਕਦੇ ਹਾਂ। ਤੇ ਜੇ ਅਸੀਂ ਵਿਦਿਆ ਪੜ੍ਹੇ ਹੋਏ ਹਾਂ ਤੇ ਵਿਦਿਆ ਦਾ ਦਾਨ ਤਾਂ ਫਿਰ ਸਭ ਤੋਂ ਉੱਤਮ ਵਿਦਵਾਨਾਂ ਮਹਾਂਪੁਰਖਾਂ ਨੇ ਮੰਨਿਆ ਹੀ ਹੋਇਆ ਹੈ। ਸੋ ਦਾਸ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ। ਸਤਿਕਾਰਯੋਗ ਗਿਆਨੀ ਕਰਮ ਸਿੰਘ ਜੀ ਔਰ ਸੰਤ ਬਾਬਾ ਪਿਆਰਾ ਸਿੰਘ ਜੀ ਔਰ ਜੋ ਸੈਕਟਰੀ ਦੀ ਜੋ ਡਿਊਟੀ ਨਿਭਾ ਰਹੇ ਸੰਤ ਹਰਦੇਵ ਸਿੰਘ ਜੀ ਮਹਾਂਪੁਰਖ, ਸਭ ਤੋਂ ਵੱਧ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਰੇ ਹੀ ਆਏ ਹੋਏ ਮਹਾਂਪੁਰਖਾਂ ਦਾ ਸਤਿਕਾਰਯੋਗ ਸ੍ਰੀ ਮਹੰਤ ਜੀ ਸ੍ਰੀ ਹਰਿਦੁਆਰ ਸਾਹਿਬ ਤੋਂ ਪਹੁੰਚੇ ਹੋਏ ਨੇ। ਸਾਰੇ ਸੰਤਾਂ ਮਹਾਂਪੁਰਖਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੀ ਧੰਨਵਾਦ। ਸੋ ਹੋਈਆਂ ਬੇਅੰਤ ਪੁਨਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ਣ ਇਹਨਾਂ ਜੀ। ਸੋ ਇੱਥੇ ਦਾਸ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।